ਇਮੀਗ੍ਰੇਸ਼ਨ ਗੁਰੂ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹਾਂ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ICC ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਨਵੀਆਂ ਅਪਡੇਟਸ ਨੇ, ਤਾਂ ਜਿਹੜੇ ਆਪਣੇ ਸਟੂਡੈਂਟ ਇੱਥੇ ਆਏ ਹੋਏ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਨੇ, ਕੀ ਕੁਝ ਉਹਨਾਂ ਦੇ ਲਈ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ। ਮਨੂ ਜੀ, ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ। ਸਿਮਰਨ ਸਾਹਿਬ, ਥੈਂਕ ਯੂ ਵੈਰੀ ਮਚ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਪ੍ਰੋਗਰਾਮ ਦੇਖਣ ਵਾਲੇ ਭੈਣਾਂ ਭਰਾਵਾਂ ਨੂੰ ICC ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ MD ਮਨੂ ਦੱਤਾ and RD ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਥੈਂਕ ਯੂ ਵੈਰੀ ਮਚ। ਅੱਛਾ ਮਨੂ ਜੀ, ਆਪਾਂ ਅੱਜ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਆਪਾਂ ਜਿਹੜੇ ਸਟੂਡੈਂਟਸ ਨੇ ਇੱਥੇ ਆਪਣੇ ਬੱਚੇ ਆਏ ਹੋਏ ਨੇ ਉਹਨਾਂ ਤੇ ਫੋਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜਿਹੜੇ ਸਟੂਡੈਂਟਸ ਆਏ ਹੋਏ ਨੇ ਇੱਥੇ, ਕਿਉਂਕਿ ਵੱਖ-ਵੱਖ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਕੇ ਆਉਂਦੇ ਨੇ ਤੇ ਬਹੁਤ ਵਾਰੀ ਇਹ ਹੁੰਦਾ ਵੀ ਸਟੂਡੈਂਟਸ ਨੂੰ ਪਤਾ ਨਹੀਂ ਹੁੰਦਾ ਵੀ ਕਿਹੜੇ ਕਾਲਜ ਦੇ ਵਿੱਚ ਅਸੀਂ ਸਾਡੇ ਲਈ ਬੈਟਰ ਆ। ਸੋ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਨੇ ਜਿਹੜੇ ਪ੍ਰਾਈਵੇਟ ਕਾਲਜਸ ਦੇ ਵਿੱਚ ਆਏ ਹੁੰਦੇ ਨੇ। ਸੋ ਉਹਨਾਂ ਤੋਂ ਗੱਲ ਸ਼ੁਰੂ ਕਰਦੇ ਹਾਂ। ਉਹਨਾਂ ਦੇ ਲਈ ਤੁਸੀਂ ਕਿਵੇਂ ਦੇਖਦੇ ਹੋ, ਕੀ ਆਪਸ਼ਨਸ ਨੇ ਉਹਨਾਂ ਦੇ ਲਈ? ਸਿਮਰਤ ਜੀ, ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਇੰਟਰਨੈਸ਼ਨਲ ਸਟੂਡੈਂਟਸ ਆਏ ਹੋਏ ਆ, ਅਸੀਂ ਬਾਹਰੋਂ ਗੱਲ ਕਰੀਏ, ਇੰਡੀਆ ਤੋਂ ਆਏ ਆ, ਕਿਸੇ ਹੋਰ ਕੰਟਰੀ ਤੋਂ ਆਏ ਆ, 99% ਸਟੂਡੈਂਟਸ ਦਾ ਫੋਕਸ ਕੀ ਹੁੰਦਾ ਸੀ? ਕੈਨੇਡਾ ਜਾਣਾ। ਬਿਲਕੁਲ। ਉਹ ਜੇ ਬੈਂਡਸ ਘੱਟ ਵੀ ਹੈਗੇ, ਮਾਰਕਸ ਘੱਟ ਵੀ ਹੈਗੇ, ਉਹ ਬੋਦਰ ਨਹੀਂ ਕਰਦੇ, ਬਿਕੋਜ਼ ਉਹਨਾਂ ਨੂੰ ਹੈਗਾ ਕਿ ਸਾਡਾ ਏਜੰਟ ਸਾਨੂੰ ਪਹੁੰਚਾ ਦੇਵੇ, ਬਿਕੋਜ਼ ਕੰਸਲਟੈਂਟ ਬਹੁਤ ਘੱਟ ਹੈਗੇ ਨੇ ਉੱਥੇ, ਏਜੰਟਸ ਬਹੁਤ ਹੈਗੇ ਨੇ। ਐਂਡ ਤੁਸੀਂ ਦੇਖੋ ਪਿੱਛੇ ਇੰਨੀ ਵੱਡੀ ਖਬਰ ਬਣ ਕੇ ਆਈ ਸੀਗੀ ਕਿ ਉਹ ਏਜੰਟ ਜਿਹੜਾ ਸੀਗਾ ਉਹ ਝੂਠੀਆਂ ਲੈਟਰਸ ਹੀ ਬਣਾ ਕੇ ਸਬਮਿਟ ਕਰਦਾ ਰਿਹਾ। ਸੋ ਬੱਚਿਆਂ ਨੂੰ ਉੱਥੇ ਉਹ 24 ਲੱਖ ਰੁਪਏ ਰਹਿੰਦੇ ਸਿਮਰਤ ਜੀ। 24 ਲੱਖ ਜਿਹਦੀ ਕਾਲਜ ਦੀ ਫੀਸ ਹੀ $15,000 ਸਾਲ ਦੀ ਹੈਗੀ ਹੈ, 24 ਲੱਖ ਤੁਸੀਂ ਦੇ ਕੇ ਆ ਰਹੇ ਹੋ। ਤੁਸੀਂ ਤੇ ਤੁਹਾਨੂੰ ਤਾਂ ਪਤਾ ਹੈਗਾ ਕਿ ਤੁਸੀਂ ਕੀ ਗਲਤ ਕਰਕੇ ਆ ਰਹੇ ਹੈਗੇ ਹੋ। ਸੋ ਅਸੀਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੇ ਕਿ ਤੂੰ ਬੱਚਾ ਆਈਲੈਟਸ ਤੇ ਦੁਬਾਰਾ ਤਿਆਰੀ ਕਰਕੇ ਇੰਪਰੂਵ ਕਰ ਲੈ, ਆਪਣੇ ਮਾਰਕਸ ਚੰਗੇ ਲੈ ਲੈ। ਸਾਡਾ ਹੈਗਾ ਕਿ ਅਸੀਂ ਉਹਨੂੰ ਭੇਜ ਦਈਏ, ਕਿਸੇ ਤਰ੍ਹਾਂ ਵੀ ਭੇਜ ਦਈਏ। ਸੋ ਉਹਦਾ ਰੈਪਰਕਸ਼ਨ ਅੱਗੇ ਨਜ਼ਰ ਆਉਂਦਾ ਆ। ਕੈਨੇਡਾ ਤੇ ਆ ਗਏ, ਜਦੋਂ 24 ਲੱਖ ਰੁਪਇਆ ਦੇ ਕੇ ਆਏ ਤੇ ਤੁਹਾਨੂੰ ਪਤਾ ਹੈ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਜਾ ਰਹੇ ਹੋ। ਦੂਜੀ ਗੱਲ, ਤੁਹਾਨੂੰ ਆ ਵੀ ਪਤਾ ਆ ਕਿ ਉੱਥੇ ਜਾ ਕੇ ਇਹਦਾ ਪੋਸਟ ਗ੍ਰੈਡ ਵਰਕ ਪਰਮਿਟ ਨਹੀਂ ਹੋਣਾ। ਉਸ ਤੋਂ ਬਾਅਦ ਜਦੋਂ ਇੱਥੇ ਲੈਂਡ ਕਰ ਜਾਂਦੇ ਨੇ, ਫਿਰ ਸਮਝ ਆਉਂਦੀ ਹੈ ਕਿ ਅਸੀਂ ਤਾਂ ਗਲਤ ਸਟੈਪ ਹੋ ਗਿਆ, ਹੁਣ ਅਸੀਂ ਕੀ ਕਰੀਏ? ਫਿਰ ਅਸੀਂ ਸਾਰਾ ਬਲੇਮ ਚੱਕ ਕੇ ਉਸ ਏਜੰਟ ਦੇ ਉੱਤੇ ਪਾ ਦਿੰਦੇ ਹਾਂ। ਸੋ ਸਿਮਰਤ ਜੀ, ਮੈਂ ਇੱਕੋ ਹੀ ਚੀਜ਼ ਕਹਿਣਾ ਕਿ ਪਹਿਲੀ ਗੱਲ ਤਾਂ ਆਪਣੇ ਬੱਚਿਆਂ ਨੂੰ ਕਹੋ ਕਿ ਚੰਗੀ ਤਰ੍ਹਾਂ ਪੜ੍ਹਾਈ ਕਰਨ, ਆਈਲੈਟ ਦਾ ਚੰਗੀ ਤਰ੍ਹਾਂ ਸਕੋਰਸ ਲੈਣ, ਐਂਡ ਅੱਛੇ ਕਮਿਊਨਿਟੀ ਕਾਲਜ ਯੂਨੀਵਰਸਿਟੀਜ਼ ਦੇ ਵਿੱਚ ਆਓ। ਐਂਡ ਇਨ ਕੇਸ ਤੁਸੀਂ ਪ੍ਰਾਈਵੇਟ ਕਾਲਜ ਦੇ ਵਿੱਚ ਆ ਵੀ ਗਏ ਹੋ, ਦੇਰ ਆਰ ਬਹੁਤ ਪ੍ਰਾਈਵੇਟ ਕਾਲਜਸ ਵੀ ਕੁਝ ਬਹੁਤ ਅੱਛੇ ਹੈਗੇ ਨੇ ਸਿਮਰਤ ਜੀ। ਕੁਛ ਇੱਕ ਪ੍ਰੋਗਰਾਮਸ ਉਹਨਾਂ ਦੇ ਕੋਲ ਬਹੁਤ ਅਮੇਜ਼ਿੰਗ ਹੈਗੇ ਨੇ। ਕਈਆਂ ਦੀ ਰੈਂਕਿੰਗਸ ਈਵਨ UFT ਦੇ ਪ੍ਰੋਗਰਾਮਸ ਨਾਲੋਂ ਵੀ ਬੈਟਰ ਹੋ ਸਕਦੀ ਹੈ, ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਗਰਾਮਸ ਨਾਲੋਂ ਵੀ। ਬਟ ਉਹ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਹਦਾ ਬੈਨੀਫਿਟ ਲੈਣਾ ਹੈ ਤੇ ਕਿਸ ਤਰ੍ਹਾਂ ਲੈਣਾ ਹੈਗਾ। ਐਂਡ ਕੱਲ੍ਹ ਨੂੰ ਜੇ ਪੋਸਟ ਗ੍ਰੈਡ ਵਰਕ ਪਰਮਿਟ ਲੈਣਾ ਤੇ ਉਹਦੇ ਵਾਸਤੇ ਤੁਹਾਨੂੰ ਕਮਿਊਨਿਟੀ ਕਾਲਜ ਦੇ ਵਿੱਚ ਜਾਂ ਕੋਈ ਪਾਥਵੇ ਇਸ ਤਰ੍ਹਾਂ ਲੈਣਾ ਪਏਗਾ ਪ੍ਰਾਈਵੇਟ ਕਾਲਜ ਤੋਂ ਕਿ ਤੁਸੀਂ ਪੋਸਟ ਗ੍ਰੈਡ ਵਾਸਤੇ ਐਲੀਜੀਬਿਲਿਟੀ ਬਣ ਜਾਵੇ। ਸੋ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਉਹਨਾਂ ਦੇ ਜਿਹੜੇ ਕੰਸਲਟੈਂਟਸ ਹੈਗੇ ਨੇ ਜਾਂ ਲਾਇਰਸ ਹੈਗੇ ਨੇ, ਉਹ ਅੱਛੀ ਤਰ੍ਹਾਂ ਗਾਈਡ ਕਰ ਸਕਦੇ ਹੈਗੇ ਨੇ। ਠੀਕ ਹੈ। ਅੱਛਾ, ਜਿਹੜੇ हम ਸਟੂਡੈਂਟਸ ਦੀ ਗੱਲ ਕਰ ਰਹੇ, ਹੁਣ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਗ੍ਰੈਜੂਏਸ਼ਨ ਕਰਕੇ ਆਉਂਦੇ ਨੇ ਤਾਂ ਇੱਥੇ ਪੋਸਟ ਗ੍ਰੈਜੂਏਸ਼ਨ ਲਈ ਆਪਣੇ ਅਪਲਾਈ ਕਰਦੇ ਨੇ। ਬਹੁਤ ਸਾਰੀ ਜ਼ਿਆਦਾ ਗਿਣਤੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਹੈ, ਜਾਂ ਆਮ ਵੀ ਵੈਸੇ ਆਪਾਂ ਜੇ ਦੇਖਦੇ ਹਾਂ ਤਾਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਸਿਰਫ ਉੱਥੋਂ +2 ਕਰਕੇ ਕੈਨੇਡਾ ਆਉਂਦੇ ਨੇ। ਸੋ ਨੈਚੁਰਲੀ ਗੱਲ ਹੈ, ਜਿਹੜੇ ਗ੍ਰੈਜੂਏਸ਼ਨ ਕਰਕੇ ਆਉਂਦੇ ਨੇ ਉਹਨਾਂ 'ਚ ਕਾਫੀ ਵੱਡਾ ਡਿਫਰੈਂਸ ਹੈ, ਤੇ ਜਿਹੜੇ +2 ਕਰਕੇ ਆਉਂਦੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਇੱਥੇ ਆ ਕੇ। ਸੋ ਉਹਨਾਂ ਦੇ ਲਈ ਤੁਸੀਂ ਕੀ ਦੇਖਦੇ ਹੋ, ਕੀ ਆਪਸ਼ਨਸ ਨੇ ਉਹਨਾਂ ਦੇ ਲਈ? ਸਿਮਰਨ ਜੀ, ਪਹਿਲੀ ਗੱਲ ਤਾਂ ਗਵਰਨਮੈਂਟ ਚਾਹੁੰਦੀ ਹੈ ਕਿ ਸਟੂਡੈਂਟ ਸਾਰੇ ਹੀ ਕੈਨੇਡਾ ਦੇ ਵਿੱਚ ਸੈਟਲ ਹੋ ਜਾਣ। ਸੋ ਇਸੇ ਵਾਸਤੇ ਜਿਹੜੇ ਬੱਚਿਆਂ ਦੇ ਪੋਸਟ ਗ੍ਰੈਡ ਵਰਕ ਪਰਮਿਟ ਐਕਸਪਾਇਰ ਵੀ ਹੋ ਰਹੇ ਸੀਗੇ ਜਾਂ ਹੋ ਚੁੱਕੇ 22 ਦੇ ਵਿੱਚ ਜਾਂ 23 ਦੇ ਵਿੱਚ ਐਕਸਪਾਇਰ ਹੋਣ ਜਾ ਰਹੇ, ਉਹ ਸਾਰਿਆਂ ਨੂੰ 18 ਮਹੀਨਿਆਂ ਦੀ ਐਕਸਟੈਂਸ਼ਨਸ ਦੇ ਦਿੱਤੀਆਂ। ਉਸ ਤੋਂ ਪਹਿਲਾਂ 20 ਦੇ ਵਿੱਚ ਵੀ ਤੇ 21 ਦੇ ਵਿੱਚ ਵੀ ਐਕਸਟੈਂਸ਼ਨਸ ਮਿਲੀਆਂ ਹੋਈਆਂ ਹੈਗੀਆਂ। ਸੋ ਜਿਹੜੇ ਕੁਝ ਬੱਚਿਆਂ ਨੂੰ ਤਾਂ ਸੈਕਿੰਡ ਟਾਈਮ ਐਕਸਟੈਂਸ਼ਨਸ ਮਿਲਣ ਜਾ ਰਹੀਆਂ ਹੈਗੀਆਂ। ਬਟ ਇੱਕੋ ਹੀ ਚੀਜ਼, ਜਿਹੜੇ ਬੱਚੇ ਤੇ ਗ੍ਰੈਜੂਏਸ਼ਨ ਕਰਕੇ ਆਏ ਨੇ ਉਹਨਾਂ ਦੀ PR ਆਸਾਨ ਹੈਗੀ ਹੈ, ਬਿਕੋਜ਼ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ, 29 ਸਾਲ ਤੋਂ ਘੱਟ ਏਜ ਹੈਗੀ ਹੈ, 30 ਸਾਲ ਤੋਂ ਘੱਟ ਏਜ ਹੈਗੀ ਹੈ, ਉਹਨਾਂ ਦੇ ਪੁਆਇੰਟਸ ਡੈਫੀਨੇਟਲੀ ਜ਼ਿਆਦਾ ਬਣਨਗੇ। ਬਟ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਨੇ, ਇੱਥੇ ਆ ਕੇ 2 ਸਾਲ ਦਾ ਪ੍ਰੋਗਰਾਮ ਵੀ ਕਰ ਲਿਆ, 1 ਸਾਲ ਜੌਬ ਵੀ ਸੁਪਰਵਾਈਜ਼ਰ ਜਾਂ ਟੈਕਨੀਕਲ ਰੋਲ ਤੇ ਕਰ ਲਈ, 6.5 ਬੈਂਡ ਆਏ ਤੇ ਉਹਨਾਂ ਦੇ ਪੁਆਇੰਟਸ ਤਾਂ 387 388 ਦੇ ਆਸ-ਪਾਸ ਬਣਨੇ ਨੇ। ਸੋ PR ਦੇ ਵਿੱਚ ਲਾਸਟ ਜਿਹੜਾ ਸਕੋਰ ਗਿਆ 483 ਤੇ ਗਿਆ ਹੈਗਾ। ਸੋ 387 388 ਤੇ 483 ਦੇ ਵਿੱਚ ਤਕਰੀਬਨ 100 ਪੁਆਇੰਟਸ ਦਾ ਫਰਕ ਹੈਗਾ। ਹੁਣ 100 ਪੁਆਇੰਟਸ ਕਿਸ ਤਰ੍ਹਾਂ ਕਵਰ ਹੋਣਗੇ? ਜਾਂ ਤੇ ਉਹ ਆਈਲੈਟਸ ਇੰਪਰੂਵ ਕਰੇਗਾ, ਐਂਡ ਹਰ ਬੱਚੇ ਦੀ ਕੈਪੈਸਿਟੀ ਕੈਪੇਬਿਲਿਟੀ ਨਹੀਂ ਹੈਗੀ ਕਿ 8,777 ਲੈ ਲੈਣ, 8 ਇਨ ਲਿਸਨਿੰਗ ਐਂਡ 7 ਇਨ ਰੀਡਿੰਗ ਰਾਈਟਿੰਗ ਐਂਡ ਸਪੀਕਿੰਗ, ਜਾਂ ਸੈਲਪਿਪ ਦੇ ਵਿੱਚ 9999। ਸੋ ਇਹੋ ਜਿਹੇ ਸਾਰੇ ਸਟੂਡੈਂਟਸ ਨੂੰ ਅਸੀਂ ਕਵਾਂਗੇ ਕਿ ਮੂਵ ਆਊਟ ਆਫ ਓਨਟਾਰੀਓ। ਸਿਮਰਤ ਜੀ, ਠੀਕ ਹੈ। ਐਂਡ ਇੱਕ ਚੀਜ਼ ਹੋਰ ਚੱਲ ਰਹੀ ਹੈਗੀ ਕਿ ਟ੍ਰੇਡ ਦੇ ਵਿੱਚ ਸਾਨੂੰ ਜੌਬ ਮਿਲ ਜਾਵੇ ਜੀ। ਟ੍ਰੇਡ ਦੇ ਵਿੱਚ ਅਸੀਂ PNPs ਦੇ ਵਿੱਚ ਆਰਾਮ ਨਾਲ ਕੁਆਲੀਫਾਈ ਕਰ ਜਾਵਾਂਗੇ।
90% ਜਿਹੜੀਆਂ ਟ੍ਰੇਡ ਦੀਆਂ ਪੋਜੀਸ਼ਨਸ ਹੈਗੀਆਂ, ਜੌਬਸ ਹੈਗੀਆਂ, ਜੌਬ ਤਾਂ ਤੁਸੀਂ ਲੈ ਲੋਗੇ, ਆਪਣੇ EMPLOYER ਤੋਂ ਲਿਖਾ ਲੋਗੇ ਕਿ ਮੈਂ ਆ ਜੌਬ ਕਰ ਰਿਹਾ ਹੈਗਾ, ਬਟ ਉਹਦੀਆਂ EMPLOYMENT ਦੀਆਂ ਕੁਝ ਰਿਕੁਆਇਰਮੈਂਟਸ ਹੈਗੀਆਂ। ਕੋਈ ਰੈੱਡ ਸੀਲ ਆਕੂਪੇਸ਼ਨਸ ਹੈਗੇ ਨੇ, ਤੁਹਾਡੇ ਕੋਲ ਜੇ ਉਹ ਐਗਜ਼ਾਮ ਨਹੀਂ ਕਲੀਅਰ ਕੀਤਾ, ਰੈੱਡ ਸੀਲ ਨਹੀਂ ਹੈਗਾ, ਤੇ ਟੈਕਨੀਕਲੀ ਤੁਹਾਨੂੰ ਵੀਜ਼ਾ ਆਫਿਸਰ ਜਦੋਂ ਫਾਈਲ ਲੱਗੇਗੀ ਉਹ PR ਰਿਫਿਊਜ਼ ਕਰ ਸਕਦਾ ਹੈਗਾ। ਠੀਕ ਹੈ। ਸੋ ਆਹ ਚੀਜ਼ਾਂ ਕਈ ਵਾਰੀ ਅਸੀਂ ਦੇਖਦੇ ਨਹੀਂ ਹੈਗੇ। ਸੋ ਮੈਂ ਸਾਰੇ ਬੱਚਿਆਂ ਨੂੰ ਕਹੂੰਗਾ ਕਿ ਭਾਈ ਓਨਟਾਰੀਓ ਤੋਂ ਮੂਵ ਆਊਟ ਕਰਨ ਦੇ ਸੋਚੋ। ਜੇ ਓਨਟਾਰੀਓ ਦੇ ਵਿੱਚ ਰਹਿਣਾ ਹੈਗਾ ਤੇ RNIP ਬਹੁਤ ਅੱਛੇ ਪ੍ਰੋਗਰਾਮ ਚੱਲ ਰਹੇ ਨੇ ਓਨਟਾਰੀਓ ਦੇ ਵਿੱਚ ਵੀ, ਥੰਡਰ ਬੇ, ਟਿਮਿਨਸ, ਸੂਸੇ ਮੈਰੀ, ਇਹ ਪ੍ਰੋਵਿੰਸਸ ਦੇ ਵਿੱਚ ਜਾਓ, ਨਾਰਥ ਬੇ। ਸੋ ਉੱਥੇ ਜਾ ਕੇ ਉਸ ਸਿਟੀਜ਼ ਦੇ ਵਿੱਚ ਜਾ ਕੇ RNIP ਦਾ ਫਾਇਦਾ ਲਓ। ਮਤਲਬ ਤੁਸੀਂ ਕਹਿ ਰਹੇ ਹੋ ਵੀ ਜਿਹਨਾਂ ਸਟੂਡੈਂਟਸ ਦੇ ਜਿਹੜੇ ਆਈਲੈਟਸ ਦੇ ਵਿੱਚ ਬੈਂਡ ਘੱਟ ਨੇ ਉਹ ontario ਤੋਂ ਬਾਹਰ ਜਾਣ। 100% ਸਿਮਰਨ ਜੀ, ਐਂਡ ਖਾਸ ਕਰ ਜਿਹੜੇ ਗ੍ਰੇਡ 12 ਕਰਕੇ ਆਏ ਹੋਏ ਨੇ, ਐਂਡ ਬੱਚੇ ਸਾਰੇ ਬੜੇ ਸਮਾਰਟ ਹੈਗੇ ਨੇ, ਉਹਨਾਂ ਨੂੰ ਪਤਾ ਐਵੈਲੂਏਸ਼ਨ ਕੀਤੀਆਂ ਹੋਈਆਂ। ਮੈਂ ਇੱਕ ਚੀਜ਼ ਕਹੂੰਗਾ ਕਿ ਜੇ ਤੁਹਾਡਾ ਬੱਚਾ ਵੀ ਇਜ਼ ਵਨ ਆਫ ਦਾ ਕਿਡ ਜਿਹੜਾ ਇਸ ਟਾਈਮ ਓਨਟਾਰੀਓ ਦੇ ਵਿੱਚ ਪੜ੍ਹਾਈ ਕਰ ਰਿਹਾ ਹੈਗਾ, ਜੌਬ ਕਰ ਰਿਹਾ ਹੈਗਾ, ਜੇ ਉਹਦਾ ਸਕੋਰ 6.5 8777 ਤੋਂ ਘੱਟ ਹੈਗਾ, ਗ੍ਰੇਡ 12 ਕਰਕੇ ਆਇਆ ਸੀ, ਹੀ ਸ਼ੁੱਡ ਸੀਰੀਅਸਲੀ ਬੀ ਕੰਸੀਡਰਿੰਗ ਕਿ ਮੈਂ ਕਿਸੇ ਬਾਹਰ ਪ੍ਰੋਵਿੰਸ ਦੇ ਵਿੱਚ ਜਾ ਕੇ ਆਪਣੀ PR ਲਵਾਂ। ਬਿਕੋਜ਼ ਕੈਨੇਡਾ ਆਏ ਹੋ ਤੁਸੀਂ ਇੰਟੈਂਸ਼ਨਲੀ ਸੋਚ ਕੇ ਆਏ ਹੋ ਕਿ ਮੈਂ ਪਰਮਾਨੈਂਟ ਰੈਜ਼ੀਡੈਂਸੀ ਲੈਣੀ, ਮਾਂ-ਬਾਪ ਨੇ ਇੰਨੇ ਔਖੇ ਹੋ ਕੇ ਪੈਸੇ ਕਰਕੇ ਭੇਜਿਆ ਤੁਹਾਨੂੰ, ਤੁਸੀਂ ਵੀ ਮਿਹਨਤਾਂ ਬੜੀਆਂ ਕੀਤੀਆਂ, ਜੌਬਸ ਵੀ ਕੀਤੀਆਂ, ਬਟ ਜੇ PR ਹੀ ਨਹੀਂ ਹੋਏਗੀ ਤੇ ਤੁਹਾਡਾ ਸਾਰੇ ਕੀਤੀ ਕਰਾਏ ਤੇ ਪਾਣੀ ਫਿਰਨ ਵਾਲੀ ਗੱਲ। ਐਬਸੋਲੂਟਲੀ। ਤੇ GTA ਦੇ ਵਿੱਚ ਅਸੀਂ ਕੰਫਰਟ ਜ਼ੋਨ 'ਚ ਆ ਕੇ ਕਈ ਵਾਰੀ ਫਸ ਜਾਂਦੇ ਸਿਮਰਤ ਜੀ, ਉੱਥੋਂ 7000 ਮੀਲ ਚੱਕ ਕੇ ਆ ਗਏ ਇੱਥੇ ਕੈਨੇਡਾ, ਇੱਥੇ ਆ ਕੇ ਸਾਨੂੰ ਦਿੱਕਤ ਹੋ ਰਹੀ ਹੈ ਕਿ ਅਸੀਂ ਓਨਟਾਰੀਓ ਛੱਡ ਕੇ ਬਾਕੀ ਕਿਉਂ ਜਾਈਏ। ਐਂਡ ਸਿਮਰਤ ਜੀ ਇੱਕ ਹੋਰ ਚੀਜ਼ ਹੈਗੀ ਕਿ ਬਹੁਤ ਸਾਰੇ ਬੱਚੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਮੂਵ ਕਰਦੇ ਪਏ ਸੀਗੇ, ਕਿਉਂਕਿ ਉੱਥੇ ਲੱਗਦਾ ਸੀਗਾ ਕਿ 6 ਮਹੀਨੇ ਬਾਅਦ ਸਾਡੀ PR ਹੋ ਜਾਣੀ ਹੈ। ਅੱਜ ਦੀ ਤਰੀਕ ਦੇ ਵਿੱਚ 5000 ਤੋਂ ਜ਼ਿਆਦਾ ਬੱਚਾ ਉੱਥੇ ਬੈਠਾ ਹੋਇਆ ਹੈ, ਐਂਡ ਪਾਰਕਿੰਗ ਲੋਟਸ ਦੇ ਵਿੱਚ ਉੱਥੇ ਗੱਡੀਆਂ ਹੀ ਓਨਟਾਰੀਓ ਦੀਆਂ, ਮੈਨੀਟੋਬਾ ਦੀਆਂ ਐਂਡ ਕਿਊਬੈਕ ਦੀਆਂ ਨਜ਼ਰ ਆਉਂਦੀਆਂ ਪਈਆਂ, ਉਹਦੇ ਨਾਲੋਂ ਜ਼ਿਆਦਾ ਗੱਡੀਆਂ PI ਦੇ ਨਾਲੋਂ। ਸੋ ਉਹ ਸਾਰੇ ਬੱਚੇ ਜਿਹੜੇ ਉੱਥੇ ਬੈਠੇ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਹੈਗਾ ਕਿ ਭਾਈ 6 ਮਹੀਨੇ ਦੇ ਚੱਕਰ ਦੇ ਵਿੱਚ ਨਾ ਪਾਓ, ਜਦ ਕਿ ਗੋ ਟੂ ਐਨ EMPLOYER ਜਿਹੜਾ ਭਾਵੇਂ ਸਾਲ ਜੌਬ ਕਰਨ ਤੋਂ ਬਾਅਦ ਤੁਹਾਨੂੰ PR ਵਾਸਤੇ ਕੁਆਲੀਫਾਈ ਹੋ ਰਹੇ ਹੋ, ਡੈਜ਼ਿਗਨੇਟਿਡ EMPLOYER ਹੋਣਾ ਚਾਹੀਦਾ ਤੁਹਾਡੇ ਵਾਸਤੇ, ਉਹ ਜ਼ਿਆਦਾ ਇੰਪੋਰਟੈਂਟ ਹੈਗਾ। ਐਂਡ ICC ਦੇ ਕੋਲ ਸਿਮਰਤ ਜੀ ਕਾਫੀ ਸਾਰੀਆਂ ਓਪਨਿੰਗਸ ਹੈਗੀਆਂ ਇਸ ਟਾਈਮ ਤੇ, ਖਾਸ ਕਰ ਜਿਹੜੇ ਬੱਚੇ ਇਸ ਟਾਈਮ ਤੇ ਕੋਈ ਮੈਕਡੋਨਲਡ ਦਾ, ਕੋਈ ਟਿਮ ਹਾਰਟਨਸ ਦਾ ਸੁਪਰਵਾਈਜ਼ਰ ਦਾ ਮੈਨੇਜਰੀਅਲ ਐਕਸਪੀਰੀਅੰਸ ਜਾਂ ਕਿਸੇ ਫੂਡ ਫਰੈਂਚਾਈਜ਼ੀ ਦਾ ਐਕਸਪੀਰੀਅੰਸ ਲੈ ਕੇ ਬੈਠਾ, ਓਨਟਾਰੀਓ ਦੇ ਵਿੱਚ ਨਹੀਂ ਹੋ ਰਿਹਾ, ਤੇ ਸਾਡੇ ਕੋਲ ਓਪਰਚੁਨਿਟੀਜ਼ ਹੈਗੀਆਂ ਇਸ ਟਾਈਮ ਤੇ ਨੋਵਾ ਸਕੋਸ਼ੀਆ ਦੀਆਂ, ਨਿਊ ਬ੍ਰੰਸਵਿਕ ਦੀਆਂ, ਐਂਡ ਨਾਲ ਦੀ ਨਾਲ ਸਾਡੇ ਕੋਲ ਅਲਬਰਟਾ ਦੀਆਂ ਕਾਫੀ ਸਾਰੀਆਂ ਓਪਨਿੰਗਸ ਮੌਜੂਦ ਹੈਗੀਆਂ। ਓਨਲੀ ਥਿੰਗ ਇਜ਼ ਉੱਥੇ ਜਾ ਕੇ ਕੰਮ ਕਰਨਾ ਪਏਗਾ, ਐਂਡ ਤੁਸੀਂ 3 ਮਹੀਨਿਆਂ ਬਾਅਦ ਜਾਂ 1 ਸਾਲ ਦੇ ਬਾਅਦ PR ਵਾਸਤੇ ਕੁਆਲੀਫਾਈ, ਐਲੀਜੀਬਿਲਿਟੀ ਤੁਹਾਡੀ ਬਣ ਸਕਦੀ ਹੈ। ਸੋ ਬੱਚਿਆਂ ਨੂੰ ਮੂਵ ਕਰਨਾ ਪਏਗਾ ਸਿਮਰਤ ਜੀ। ਐਂਡ ਜਿਹੜੇ ਗ੍ਰੇਡ 12 ਵਾਲੇ ਬੱਚੇ, ਭਾਈ ਹੁਣ ਤੁਹਾਡੇ ਕੋਲ ਹੋ ਸਕਦਾ ਇਸ ਤੋਂ ਬਾਅਦ ਦੁਬਾਰਾ ਐਕਸਟੈਂਸ਼ਨ 18 ਮਹੀਨਿਆਂ ਦੀ ਗਵਰਨਮੈਂਟ ਨਾ ਦੇਵੇ, ਸੋ ਐਕਟ ਨਾਓ, ਵੇਟ ਨਾ ਕਰੀ ਜਾਓ ਕਿ ਕੱਲ ਨੂੰ ਵੀ ਦੁਬਾਰਾ ਵੀ ਮਿਲ ਜਾਣੀ ਹੈ। ਕੱਲ ਦੇ ਉੱਤੇ ਨਾ ਛੱਡੋ, ਅੱਜ ਜੋ ਕਰਨਾ ਹੈ ਅੱਜ ਕਰੋ। ਬਿਲਕੁਲ ਜੀ, ਬਿਲਕੁਲ। ਜਿਵੇਂ ਕਿ ਮਨੂ ਦੱਤਾ ਹੋਣਾ ਨੇ ਕਿਹਾ ਵੀ ਜੋ ਕੁਝ ਤੁਸੀਂ ਅੱਜ ਕਰ ਸਕਦੇ ਹੋ, ਜੇ ਤੁਹਾਨੂੰ ਲੱਗਦਾ ਵੀ ਮੈਨੂੰ ਸਲਾਹ ਦੀ ਲੋੜ ਹੈ ਤਾਂ ਜ਼ਰੂਰ ICC ਇਮੀਗ੍ਰੇਸ਼ਨ ਦੇ ਜਿਹੜੇ ਮਾਹਰ ਨੇ ਉਹਨਾਂ ਦੇ ਨਾਲ ਮਿਲੋ। ਤੁਸੀਂ ਮਨੂ ਦੱਤਾ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਜਾਂ ਰਿਪੁਦਮਨ ਸਿੰਘ ਢਿੱਲੋਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਸੋ ਹਮੇਸ਼ਾ ਤੁਹਾਡੇ ਲਈ ਜਿਹੜੀ ਸਹੀ ਸਲਾਹ ਲੈ ਕੇ ਹਾਜ਼ਰ ਨੇ। ਅੱਛਾ ਮਨੂ ਜੀ, ਆਪਾਂ ਗੱਲ ਕਰ ਰਹੇ ਹਾਂ ਸਟੂਡੈਂਟਸ ਦੀ ਅੱਜ, ਇਸ ਤੋਂ ਇਲਾਵਾ ਜਿਹੜੇ ਤੁਸੀਂ ਕੀ ਸਮਝਦੇ ਹੋ ਵੀ ਹੋਰ ਸਟੂਡੈਂਟਸ ਲਈ ਕਿਹੜੀਆਂ ਹੋਰ ਆਪਸ਼ਨਸ ਅਵੇਲੇਬਲ ਨੇ? ਜਿਵੇਂ ਹੁਣ ਤੁਸੀਂ ਕਿਹਾ ਵੀ ਜਿਨ੍ਹਾਂ ਦੇ ਬੈਂਡਸ ਘੱਟ ਨੇ ਉਹ ontario ਤੋਂ ਬਾਹਰ ਮੂਵ ਹੋਣ। ਹੁਣ ਜਿਹੜੇ ਬਹੁਤੇ ਵਾਰੀ ਇਹ ਹੁੰਦਾ ਵੀ ਸਟੂਡੈਂਟਸ ਨੂੰ ਵੀ ਇਹ ਹੁੰਦਾ ਵੀ ਜੇ ਸਾਡੇ ਦੋਸਤ ਨੇ, ਮਿੱਤਰ ਨੇ, ਇੱਥੇ ਰਹਿੰਦੇ ਨੇ, ਅਸੀਂ ਇੱਥੇ ਰਹੀਏ, ਤੇ ਜਿਹੜੇ ਰਹਿਣਾ ਹੀ ਇੱਥੇ ਚਾਹੁੰਦੇ ਨੇ ਉਹਨਾਂ ਲਈ ਤੁਸੀਂ ਕੀ ਸੁਜੈਸਟ ਕਰਦੇ ਹੋ? ਸਮਝ ਜੀ, ਜਿਹੜੇ ਤੇ ਇੱਥੇ ਓਨਟਾਰੀਓ ਛੱਡਣਾ ਨਹੀਂ ਚਾਹੁੰਦੇ ਉਹਨਾਂ ਨੂੰ ਕਹਾਂਗਾ ਕਿ ਆਈਲੈਟ ਦੇ ਉੱਤੇ ਫੋਕਸ ਕਰਨ, ਐਂਡ ਦੂਸਰਾ ਆਪਣੇ EMPLOYER ਤੋਂ LMIA ਜਾਂ PNP ਵਾਸਤੇ ਸਪੋਰਟ ਮੰਗਣ। ਐਂਡ ਜੇ EMPLOYER ਉਹਨਾਂ ਨੂੰ LMIA ਐਂਡ ਸਪੋਰਟ ਦੇਣ ਵਾਸਤੇ ਤਿਆਰ ਹੈਗਾ ਤੇ ਇੱਥੇ ਵੀ ਓਪਰਚੁਨਿਟੀਜ਼ ਕ੍ਰੀਏਟ ਹੋ ਸਕਦੀਆਂ, ਆਪਸ਼ਨਸ ਬਣ ਸਕਦੀਆਂ। ਬਟ ਓਨਟਾਰੀਓ ਦਾ ਸਭ ਤੋਂ ਵੱਡਾ ਚੱਕਰ ਕੀ ਹੈਗਾ ਸਿਮਰਤ ਜੀ, ਇਸ ਟਾਈਮ ਤੇ ਜਿੰਨੇ ਵੀ ਡਰਾਜ਼ ਆਪਾਂ ਜਨਵਰੀ ਆਨਵਰਡਸ ਲੈ ਲਈਏ ਉਹ ਸਾਰੇ ਆਕੂਪੇਸ਼ਨ ਸਪੈਸੀਫਿਕ ਡਰਾਜ਼ ਹੈਗੇ ਨੇ। ਠੀਕ ਹੈ। ਐਂਡ ਆਕੂਪੇਸ਼ਨ ਸਪੈਸੀਫਿਕ ਡਰਾਜ਼ ਹੋਣ ਦੇ ਨਾਲ ਪੁਆਇੰਟ, ਜੌਬ ਲੈਟਰ ਹੈਗੀ ਹੈ ਤੇ 43 ਤੇ ਵੀ ਸਕੋਰ ਪਿਕ ਹੋਏ ਨੇ, 61 ਤੇ ਵੀ ਇੰਟਰਨੈਸ਼ਨਲ ਸਟੂਡੈਂਟਸ ਦੇ ਜੌਬ ਆਫਰ ਦੇ ਨਾਲ ਪਿਕ ਹੋਏ ਨੇ। ਬਟ 61 ਸਕੋਰ ਲੈਣਾ ਜਾਂ 43 ਸਕੋਰ ਇੰਟਰਨੈਸ਼ਨਲ ਵਾਸਤੇ ਲੈਣਾ, ਇਟ ਇਜ਼ ਨਾਟ ਈਜ਼ੀ, ਬਿਕੋਜ਼ ਉਹ 43 ਦੀ ਜਿਹੜੀ ਸਕੋਰਿੰਗ ਹੈ PNP ਦੀ, ਉਹ ਬੜੀ ਡਿਫਰੈਂਟ ਸਕੋਰਿੰਗ ਹੈਗੀ ਹੈ, ਬਿਕੋਜ਼ ਉੱਥੇ ਏਜ ਦੇ ਪੁਆਇੰਟਸ ਵੀ ਹੈਗੇ ਨੇ, ਐਜੂਕੇਸ਼ਨ ਦੇ ਵੀ ਪੁਆਇੰਟਸ ਹੈਗੇ ਨੇ, ਜੇ ਕੈਨੇਡਾ ਦੇ ਵਿੱਚ ਐਜੂਕੇਸ਼ਨ ਲਿੱਤੀ, ਓਨਟਾਰੀਓ ਦੇ ਵਿੱਚ ਐਜੂਕੇਸ਼ਨ ਲਿੱਤੀ, ਉਹਦੇ ਵੀ ਪੁਆਇੰਟਸ ਹੈਗੇ ਨੇ। ਉਸ ਤੋਂ ਬਾਅਦ ਤੁਹਾਡੇ ਆਈਲੈਟ ਦਾ ਸਕੋਰ ਕਿੰਨਾ, ਉਹਦੇ ਪੁਆਇੰਟਸ ਹੈਗੇ ਨੇ, ਜੌਬ ਕਿੰਨੇ ਡਾਲਰ ਦੀ ਹੈਗੀ, ਉਹਦੇ ਵੀ ਪੁਆਇੰਟਸ ਹੈਗੇ ਨੇ। ਸੋ EMPLOYER ਕੁਆਲੀਫਾਈਡ ਹੈਗਾ, ਮਤਲਬ ਕਾਫੀ ਸਾਰੀਆਂ ਚੀਜ਼ਾਂ ਉਹਦੇ ਵਿੱਚ ਇਨਵੋਲਵ ਹੋ ਜਾਂਦੀਆਂ। ਸੋ ਬਾਹਰ
ਓਨਟਾਰੀਓ ਤੋਂ ਬਾਹਰ ਜਦੋਂ ਨਿਕਲਦੇ ਤੇ ਉੱਥੇ ਪੁਆਇੰਟ ਸਿਸਟਮ ਵਾਲੀ ਗੱਲ ਖਤਮ ਹੋ ਜਾਂਦੀ। ਜਿੱਥੇ EMPLOYER ਹੀ ਡੈਜ਼ਿਗਨੇਟਡ ਹੈਗਾ ਉੱਥੇ ਪੁਆਇੰਟ ਸਿਸਟਮ ਵਾਲਾ ਚੱਕਰ ਹੀ ਨਹੀਂ ਰਿਹਾ, ਆਕੂਪੇਸ਼ਨ ਸਪੈਸਿਫਿਕ ਚੱਕਰ ਹੀ ਨਹੀਂ ਰਿਹਾ। ਸੋ ਐਂਡ ਜਾਣ ਤੋਂ ਪਹਿਲਾਂ ਆ ਵੀ ਦੇਖੋ ਕਿ ਉਹ ਪ੍ਰੋਵਿੰਸ ਐਕਸੈਪਟ ਵੀ ਕਰ ਰਿਹਾ ਮੇਰੇ ਟ੍ਰੇਡ ਦੇ ਵਿੱਚ ਐਪਲੀਕੇਸ਼ਨਸ ਜਾਂ ਨਹੀਂ ਕਰ ਰਿਹਾ। ਹੁਣ ਜਿਸ ਤਰ੍ਹਾਂ ਨਿਊ ਬ੍ਰਾਂਜ਼ਵਿਕ ਇਸ ਟਾਈਮ ਹੈਗਾ ਸਿਮਰਤ ਜੀ, ਉੱਥੇ ਸੁਪਰਵਾਈਜ਼ਰ ਦੀਆਂ ਰੈਸਟੋਰੈਂਟ ਸੁਪਰਵਾਈਜ਼ਰ ਦੀਆਂ ਐਪਲੀਕੇਸ਼ਨਸ ਨਹੀਂ ਪਿਕ ਹੋ ਰਹੀਆਂ, ਠੀਕ ਹੈ, ਬਟ ਮੈਨੇਜਰ ਦੀਆਂ ਪਿਕ ਹੋ ਰਹੀਆਂ ਹੈਗੀਆਂ। ਸੋ ਜੇ ਮੈਨੇਜੀਰੀਅਲ ਐਕਸਪੀਰੀਅੰਸ ਹੈਗਾ ਤਾਂ ਤੁਸੀਂ 3 ਮਹੀਨੇ ਬਾਅਦ ਜਾ ਕੇ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਸੋ ਤੁਸੀਂ ਉਹ ਸਾਰਾ ਪ੍ਰੋਜ਼ ਐਂਡ ਕੌਨਸ ਦੇਖਣੇ ਆ ਕਿ ਮੇਰੇ ਵਾਸਤੇ ਓਪਰਚੁਨਿਟੀ ਕੀ ਬੈਸਟ ਹੋਵਾ ਕਰਦੀ ਹੈ। ਐਂਡ ਟਿਕਟੌਕ ਵਾਲੇ ਸਟਾਰਸ ਤੋਂ ਥੋੜਾ ਜਿਹਾ ਦੂਰ ਰਹਿ ਕੇ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਲਾਇਰ ਦੀ ਜਿਹੜੀ ਰੋਜ਼ ਦੀ ਰੋਜ਼ ਜਿਹੜਾ ਇਹੋ ਜਿਹੀ ਚੀਜ਼ਾਂ ਨਾਲ ਟੈਕਲ ਕਰਦੇ ਪਏ ਨੇ, ਡੀਲ ਕਰਦੇ ਪਏ ਨੇ, ਉਹਨਾਂ ਦੀ ਸਲਾਹ ਲਓ। ICC ਕੋਲ ਨਹੀਂ ਆਣਾ, ਕਿਸੇ ਹੋਰ ਕੰਸਲਟੈਂਟ ਦੇ ਕੋਲ ਚਲ ਜਾਓ, ਬਟ ਗੋ ਟੂ ਅ ਪਰਸਨ ਜਿਹੜਾ ਇਹਦੇ ਨਾਲ ਰੋਜ਼ ਟੂ ਰੋਜ਼ ਡੀਲ ਕਰਦਾ ਪਿਆ। ਬਿਲਕੁਲ ਮਨੂ ਜੀ, ਜਾਣ ਤੋਂ ਪਹਿਲਾਂ ਜ਼ਰੂਰ ਆਪਣਾ ਸੰਪਰਕ ਤੇ ਈਮੇਲ ਸਾਰਾ ਕੁਝ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝਾ ਕਰੋ ਤਾਂ ਕਿ ਉਹ ਤੁਹਾਡੇ ਨਾਲ ਸੰਪਰਕ ਕਰ ਸਕਣ। ਸ਼ੋਰ ਸਿਮਰਤ, ਜਾਣ ਤੋਂ ਪਹਿਲਾਂ ਇੱਕ ਚੀਜ਼ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਹੋਰ, ਸਾਡੇ ਕੋਲ ਕੁਝ ਓਪਨਿੰਗਸ ਇਸ ਟਾਈਮ ਤੇ ਟ੍ਰੇਡ ਸੈਕਟਰ ਦੀਆਂ ਵੀ ਮੌਜੂਦ ਹੈਗੀਆਂ। ਜਿਹੜੇ ਦੋਸਤ ਸਾਡੇ ਵੈਲਡਿੰਗ ਦਾ ਐਕਸਪੀਰੀਅੰਸ ਲੈ ਕੇ ਬੈਠੇ ਹੋਏ ਨੇ, ITI ਕੀਤੀ ਹੋਈ ਹੈ, ਡਿਪਲੋਮਾ ਕੀਤਾ ਹੋਇਆ ਜਾਂ ਮਕੈਨੀਕਲ ਦਾ ਡਿਪਲੋਮਾ ਕੀਤਾ ਹੋਇਆ, ਫੈਬਰੀਕੇਸ਼ਨ ਦਾ ਡਿਪਲੋਮਾ ਹੈਗਾ ਆ, ਆਟੋ ਮਕੈਨਿਕ, ਡੀਜ਼ਲ ਮਕੈਨਿਕ ਦਾ ਡਿਪਲੋਮਾ ਹੈਗਾ, ਸਾਡੇ ਕੋਲ ਇਹਨਾਂ ਟ੍ਰੇਡਸ ਦੇ ਵਿੱਚ ਵੀ ਓਪਰਚੁਨਿਟੀਜ਼ ਇਸ ਟਾਈਮ ਹੈਗੀਆਂ। ਸੋ ਖਾਸ ਕਰ ਵੈਲਡਰ ਜਿਨ੍ਹਾਂ ਨੂੰ ਹੈਵੀ ਵੈਲਡਿੰਗ ਦਾ ਇਕਵਿਪਮੈਂਟ ਦਾ ਐਕਸਪੀਰੀਅੰਸ ਹੈਗਾ, ਹੈਵੀ ਵੈਲਡਿੰਗ ਦਾ ਸ਼ਿਪ ਯਾਰਡ ਦੇ ਵਿੱਚ ਕੰਮ ਕੀਤਾ ਹੋਇਆ, ਮਾਈਨਸ ਦੇ ਵਿੱਚ ਕੰਮ ਕੀਤਾ ਹੋਵੇ, ਜਾਂ ਆਇਲ ਐਂਡ ਗੈਸ ਦੇ ਵਿੱਚ ਕੰਮ ਕੀਤਾ ਹੋਵੇ, ਜਾਂ ਫਿਰ ਮਸ਼ੀਨਿਸਟ, ਮਸ਼ੀਨ ਆਪਰੇਟਰ, CNC ਪ੍ਰੋਗਰਾਮਰਸ, ਫੈਬਰੀਕੇਟਰਸ, ਉਹਨਾਂ ਦੀ ਸਾਡੇ ਕੋਲ ਓਪਰਚੁਨਿਟੀਜ਼ ਹੈਗੀਆਂ। ਡੀਜ਼ਲ ਮਕੈਨਿਕਸ ਦੀਆਂ ਓਪਰਚੁਨਿਟੀਜ਼ ਹੈਗੀਆਂ। ਐਂਡ PNP ਅਪਰੂਵਡ EMPLOYER ਹੈਗੇ ਨੇ, ਤੁਹਾਡੇ ਵਿਦ ਫੈਮਿਲੀ ਐਪਲੀਕੇਸ਼ਨ ਪ੍ਰੋਸੈਸ ਹੋ ਸਕਦੀ ਹੈ ਐਂਡ ਤੁਸੀਂ ਵਿਦ ਫੈਮਿਲੀ ਆ ਕੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਐਲੀਜੀਬਿਲਟੀ ਬਣ ਸਕਦੀ ਹੈ। 5 ਬੈਂਡ ਜ਼ਰੂਰ ਚਾਹੀਦੇ ਨੇ ਸਾਨੂੰ, 3 ਚੀਜ਼ਾਂ ਜ਼ਰੂਰ ਭੇਜੋ। ਸਭ ਤੋਂ ਪਹਿਲਾਂ ਤਾਂ ਆਪਣਾ CV ਭੇਜੋ, ਰੈਜ਼ੂਮੇ ਭੇਜੋ, ਨਾਲ ਦੀ ਨਾਲ ਸਾਨੂੰ IELTS ਦਾ ਸਕੋਰ ਕਾਰਡ ਜੇ ਕੀਤਾ ਹੋਇਆ ਉਹ ਭੇਜੋ, ਤੇ ਤੀਸਰਾ ਸਾਨੂੰ ਜੇ ਡਿਗਰੀ ਅਸੈਸਮੈਂਟ ਤੁਹਾਡੀਆਂ ਹੋਈਆਂ ਉਹ ਚੀਜ਼ਾਂ ਤੇ ਆਹ 3 ਚੀਜ਼ਾਂ ਚਾਹੀਦੀਆਂ ਤੇ ਤੁਸੀਂ ਇਹਨਾਂ ਜੌਬਸ ਵਾਸਤੇ ਐਲੀਜੀਬਿਲਟੀ ਬਣ ਸਕਦੀ ਹੈ। ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਤੁਸੀਂ PNP ਅਪਰੂਵਡ EMPLOYER ਕੋਲ ਆ ਕੇ ਕੰਮ ਕਰ ਸਕਦੇ ਹੋਗੇ। ਸੋ ਸਾਨੂੰ ਕੰਟੈਕਟ ਕਰਨ ਦਾ ਜ਼ਰੀਆ, ਸੰਪਰਕ ਕਰਨ ਦਾ ਤਰੀਕਾ ਹੈਗਾ ਜੀ, ਈਮੇਲ ID ਹੈਗਾ ਸਾਡਾ info@iccimmigration.ca, ਫੋਨ ਨੰਬਰ ਹੈਗਾ 9054612424 ਐਂਡ WhatsApp ਨੰਬਰ 6478509000 6478509000। ਸੋ ਖਾਸ ਕਰ ਜਿਹੜੇ ਬੱਚੇ ਇੱਥੇ ਡ੍ਰੌਪ ਲੈ ਚੁੱਕੇ ਨੇ, ਹਾਲੇ ਸਟੇਟਸ ਦੇ ਵਿੱਚ ਹੈਗੇ ਨੇ ਜਾਂ ਸਟੇਟਸ ਖਤਮ ਹੋਣ ਜਾ ਰਿਹਾ, ਉਹ ਵੀ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰਨ। ਜਾਂ ਜਿਹੜੇ ਗ੍ਰੇਡ 12 ਕਰਕੇ ਪੋਸਟ ਗ੍ਰੈਡ ਵਰਕ ਪਰਮਿਟ ਲੈ ਕੇ ਬੈਠੇ ਹੋਏ ਨੇ, ਓਪਰਚੁਨਿਟੀ ਤੁਹਾਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਵਾਸਤੇ ਹੋ ਸਕਦਾ ਹੈ ਓਨਟਾਰੀਓ ਤੋਂ ਬਾਹਰ ਨਿਕਲ ਕੇ ਬੈਟਰ ਨਜ਼ਰ ਆਵੇ। ਸੋ ਸੰਪਰਕ ਕਰੋ ਸਾਨੂੰ ਜੀ। ਬਿਲਕੁਲ ਜੀ। ਮਨੂ ਜੀ, ਅੱਜ ਸਟੂਡੀਓ ਵਿੱਚ ਆਉਣ ਲਈ ਤੇ ਦਰਸ਼ਕਾਂ ਦੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ। ਤੁਸੀਂ ਦੇਖ ਰਹੇ ਸੀ ਇਮੀਗ੍ਰੇਸ਼ਨ ਗੁਰੂ। ਅਗਲੇ ਹਫਤੇ ਫਿਰ ਤੁਹਾਡੇ ਲਈ ਨਵੀਆਂ ਇਮੀਗ੍ਰੇਸ਼ਨ ਟਿਪਸ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।